खिन महे नीच कीट को राज, पार ब्रह्म गरीब निवाज। ਉਸ ਪਰਮਾਤਮਾ ਦੀ, ਅਕਾਲ ਪੁਰਖ ਵਾਹਿਗੁਰੂ ਦੀ ਜੋ ਕੁਦਰਤ ਰੂਪ ਹੋ ਕੇ ਜਗਤ ਦੇ ਵਿੱਚ ਵਰਤਦਾ ਹੈ, ਉਸ ਦੀ ਤਾਕਤ ਸ਼ਕਤੀ ਦਾ ਇੱਕ ਬਹੁਤ ਹੀ ਕਿਣਕਾ ਮਾਤਰ ਛੋਟਾ ਜਿਹਾ ਨਮੂਨਾ ਸਤਿਗੁਰੂ ਜੀ ਪੇਸ਼ ਕਰਦੇ ਹੋਏ ਦੱਸਦੇ ਹਨ ਕਿ ਜੇ ਉਹ ਪਰਮਾਤਮਾ ਚਾਹਵੇ ਨਾ, ਖਿਨ ਮਹੇ, ਖਿਨ ਕਹਿੰਦੇ ਨੇ ਬਿਲਕੁਲ ਇੱਕ ਪਲ ਨੂੰ, ਇੱਕ ਛੋਟੇ ਤੋਂ ਛੋਟਾ ਜਿਹੜਾ ਸਮੇਂ ਦੀ ਘੜੀ ਹੈ, ਜਿਵੇਂ ਇੱਕ ਸਕਿੰਟ ਲਾ ਲਓ, ਇੱਕ ਸਕਿੰਟ ਦੇ ਅੰਦਰ ਖਿਨ ਮਹਿ ਨੀਚ ਕੀਟ ਕੋ ਰਾਜ। ਨੀਚ ਕੀਟ ਭਾਵ ਇੱਕ ਖਿਣ ਦੇ ਵਿੱਚ ਪ੍ਰਭੂ ਕੀੜੇ ਵਰਗੇ ਨੀਵੇਂ ਮਨੁੱਖ ਨੂੰ ਵੀ ਰਾਜ ਬਖਸ਼ ਸਕਦਾ ਹੈ। ਇਹ ਪ੍ਰਮਾਤਮਾ ਦੀ ਵਡਿਆਈ ਹੈ, ਉਸ ਦੀ ਤਾਕਤ ਹੈ। ਉਹ ਜੇ ਚਾਹਵੇ ਤੇ ਬਿਲਕੁਲ ਜਿਵੇਂ ਇੱਕ ਕੀੜੇ ਤੋਂ ਭਾਵ ਇਹ ਲੈਣਾ ਹੈ, ਕੀਟ ਤੋਂ ਭਾਵ ਕੀੜਾ, ਕੀੜਾ ਭਾਵ ਬਿਲਕੁਲ ਨੀਵਾਂ ਨਿਮਾਣਾ ਮਨੁੱਖ, ਜਿਹਦੀ ਕੋਈ ਪੇਸ਼ ਨਹੀਂ ਚੱਲਦੀ, ਕੋਈ ਰਸੂਖ ਨਹੀਂ, ਜਿਸ ਦੇ ਕੋਲ ਕੁਝ ਨਹੀਂ, ਕਿਸੇ ਤਰ੍ਹਾਂ ਦੀ ਤਾਕਤ ਪਾਵਰ ਕੁਝ ਵੀ ਨਹੀਂ, ਇੱਕ ਨਿਮਾਣਾ ਨਤਾਣਾ ਨਿਉਟਿਆ ਜਾਂ ਕੋਈ ਮਨੁੱਖ ਹੋਵੇ, ਪਰ ਜੇ ਪ੍ਰਮਾਤਮਾ ਚਾਹਵੇ ਤੇ ਉਹਨੂੰ ਵੀ ਦੁਨੀਆ ਦੇ ਰਾਜ ਤੇ ਬਿਠਾ ਸਕਦਾ ਹੈ। ਪਾਰ ਬ੍ਰਹਮ ਗਰੀਬ ਨਿਵਾਜ। ਉਹ ਪਰਮਾਤਮਾ ਵਾਹਿਗੁਰੂ ਗਰੀਬਾਂ ਤੇ ਮਿਹਰ ਕਰਨ ਵਾਲਾ ਹੈ। ਨਿਵਾਜ ਦਾ ਮਤਲਬ ਹੈ ਮਿਹਰ ਕਰਨਾ। ਉਹ ਪਰਮਾਤਮਾ ਹਮੇਸ਼ਾ ਗਰੀਬਾਂ ਦੇ ਉੱਪਰ, ਨਿਮਾਣਿਆਂ ਦੇ ਉੱਪਰ ਮਿਹਰਾਂ ਕਰਦਾ ਹੈ। ਜਾ ਕਾ ਦ੍ਰਿਸ਼ਟ ਕਛੂ ਨਾ ਆਵੈ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੈ। ਫਰਮਾਨ ਕਰਦੇ ਹਨ, ਜਿਸ ਮਨੁੱਖ ਦਾ ਕੋਈ ਗੁਣ ਨਹੀਂ ਦਿਸ ਆਉਂਦਾ, ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਮਨੁੱਖ ਦਾ ਕੋਈ ਗੁਣ ਦਿਸਦਾ ਹੀ ਨਹੀਂ, ਪਰ ਜੇ ਪ੍ਰਮਾਤਮਾ ਚਾਹਵੇ ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। ਤਤਕਾਲ ਦਾ ਮਤਲਬ ਹੈ ਤੁਰੰਤ। ਕਹਿੰਦੇ ਇੱਕ ਸਕਿੰਟ ਲਾਉਂਦਾ ਪ੍ਰਮਾਤਮਾ ਤੇ ਦਹਿ ਦਿਸ, ਦਸਾਂ ਦਿਸ਼ਾਵਾਂ ਵੱਲ ਪ੍ਰਗਟਾਵੇ ਦਾ ਮਤਲਬ ਹੈ ਉਸ ਨੂੰ ਪ੍ਰਗਟ ਕਰ ਦਿੰਦਾ, ਮਸ਼ਹੂਰ ਕਰ ਦਿੰਦਾ ਹੈ। ਜਿਹੜੇ ਮਨੁੱਖ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁਣ ਨਹੀਂ, ਲੇਕਿਨ ਜੇ ਪ੍ਰਮਾਤਮਾ ਦੀ ਰਜ਼ਾ ਹੋ ਜਾਵੇ, ਉਹਦੀ ਮਿਹਰ ਕਿਰਪਾ ਹੋ ਜਾਵੇ, ਉਹਦੀ ਦਇਆ ਦੀ ਦ੍ਰਿਸ਼ਟੀ ਦੇ ਵਿੱਚ ਆ ਜਾਵੇ ਉਹ ਮਨੁੱਖ, ਤੇ ਪ੍ਰਮਾਤਮਾ ਇੱਕ ਪਲ ਦੇ ਅੰਦਰ ਹੀ ਦੁਨੀਆ ਦੇ ਚਾਰ ਛਪੇਰੇ ਉਸ ਮਨੁੱਖ ਨੂੰ ਮਸ਼ਹੂਰ ਕਰ ਦਿੰਦਾ ਹੈ। ਸਤਿਗੁਰ ਜੀ ਗੁਰਬਾਣੀ ਦੇ ਅੰਦਰ ਅਨੇਕਾਂ ਥਾਵਾਂ ਤੇ ਫਰਮਾਨ ਕਰਦੇ ਨੇ। ਭਗਤ ਕਬੀਰ ਸਾਹਿਬ ਜੀ ਦਾ ਸਾਰੰਗ ਰਾਗ ਦੇ ਵਿੱਚ ਇੱਕ ਬੜਾ ਪਿਆਰਾ ਇਸੇ ਪ੍ਰਥਾਏ ਸ਼ਬਦ ਹੈ। ਫਰਮਾਨ ਕਰਦੇ ਨੇ, ਰਾਜਾ ਸ਼ਰਮ ਮਿਤ ਨਹੀਂ ਜਾਣੀ ਤੇਰੀ। ਰਾਜਾ ਸ਼ਰਮ ਦਾ ਮਤਲਬ ਹੈ ਰਾਜ ਆਸ਼ਰਮ, ਭਾਵ ਕਿ ਉੱਚੇ ਅਸਥਾਨ ਵਾਲਾ, ਭਾਵ ਉਹ ਪਰਮਾਤਮਾ। ਕਹਿਣ ਲੱਗੇ, ਹੇ ਵਾਹਿਗੁਰੂ, ਤੇਰੀ ਮਿੱਤ, ਤੇਰੀ ਅੰਦਾਜ਼ਾ, ਤੇਰਾ ਅੰਤ ਲੱਗ ਹੀ ਨਹੀਂ ਸਕਦਾ। ਤੇਰੇ ਸੰਤਨ ਕੀ ਹੋ ਚੇਰੀ, ਮੈਂ ਤੇਰੇ ਨਾਮ ਜਪਣ ਵਾਲਿਆਂ ਦਾ ਚੇਲਾ ਬਣ ਜਾਵਾਂ। ਅਗਲੇ ਬਚਨ ਚ ਕਹਿਣ ਲੱਗੇ, ਹਸਤੋ ਜਾਏ ਸੋ ਰੋਵਤ ਆਵੈ, ਰੋਵਤ ਜਾਏ ਸੋ ਹੱਸੈ। ਕੈਸੀ ਅਚਰਜ ਖੇਡ ਹੈ, ਜੋ ਹੱਸਦਾ ਜਾਂਦਾ ਹੈ ਉਹ ਰੋਂਦਾ ਵਾਪਸ ਆਉਂਦਾ, ਤੇ ਰੋਂਦਾ ਜਾਂਦਾ ਹੈ ਉਹ ਹੱਸਦਾ ਮੁੜਦਾ। ਭਾਵ ਕੋਈ ਪਤਾ ਨਹੀਂ ਲੱਗਦਾ ਤੂੰ ਹੱਸਦੇ ਨੂੰ ਕਿਹੜੇ ਟਾਈਮ ਰਵਾ ਦੇਣਾ ਤੇ ਰੋਂਦੇ ਨੂੰ ਕਿਹੜੇ ਟਾਈਮ ਹਸਾ ਦੇਣਾ। ਅਗਲਾ ਬਚਨ ਕਹਿਣ ਲੱਗੇ, ਬਸਤੋ ਹੋਏ ਸੋ ਉਜਰ ਪਾਵੈ, ਉਜਰ ਹੋਏ ਸੋ ਵਸੈ। ਕਹਿਣ ਲੱਗੇ, ਇਸ ਗੱਲ ਦਾ ਵੀ ਕੋਈ ਪਤਾ ਨਹੀਂ ਲੱਗਦਾ, ਜੋ ਕਦੇ ਵਸਦਾ ਨਗਰ ਹੁੰਦਾ ਹੈ ਉਸ ਨੂੰ ਉਜਾੜਾਂ ਦੇ ਵਿੱਚ ਤਬਦੀਲ ਕਰ ਦਿੰਦਾ, ਤੇ ਜੇ ਤੇਰੀ ਨਦਰ ਹੋ ਜਾਵੇ ਤੇ ਉਜੜਿਆਂ ਹੋਇਆਂ ਥਾਵਾਂ ਨੂੰ ਤੂੰ ਵਸਾ ਵੀ ਦਿੰਦਾ। ਅਗਲਾ ਬਚਨ ਕਹਿਣ ਲੱਗੇ, ਥਲ ਤੇ ਜਲ ਤੇ ਥਲ ਕਰ, ਥਲ ਤੇ ਕੂਆਂ, ਕੂਪ ਤੇ ਮੇਰ ਕਰਾਵੇ। ਕਹਿਣ ਲੱਗੇ, ਵਾਹਿਗੁਰੂ ਤੇਰੀ ਕੈਸੀ ਅਚਰਜ ਹੈ, ਪਾਣੀ ਨਾਲ ਭਰੀਆਂ ਥਾਵਾਂ ਤੇ ਰੇਤਾ ਖੜਾ ਕਰ ਦੇਣਾ, ਟਿੱਬੇ ਲਿਆ ਸਕਦੇ, ਤੇ ਰੇਤੇ ਦੇ ਵਿੱਚੋਂ ਖੂਹ ਬਣਾ ਕੇ, ਉਹਨਾਂ ਦੇ ਵਿੱਚੋਂ ਪਹਾੜ ਬਣਾ ਕੇ ਨਦੀਆਂ ਵੀ ਵਗਾ ਸਕਦੇ। ਨਦੀਆਂ ਦੇ ਵਿੱਚ ਕਿਹੜੇ ਵੇਲੇ ਰੇਗਿਸਤਾਨ ਬਣਾ ਦੇਵੇਂ, ਤੇ ਰੇਗਿਸਤਾਨਾਂ ਨੂੰ ਕਿਹੜੇ ਵੇਲੇ ਤੂੰ ਨਦੀਆਂ ਵਿੱਚ ਤਬਦੀਲ ਕਰ ਦੇਵੇਂ, ਇਹ ਵੀ ਤੇਰੀ ਅਚਰਜ ਖੇਡ ਹੈ। ਤੇ ਅਗਲਾ ਬਚਨ ਹੈ, ਧਰਤੀ ਤੇ ਆਕਾਸ਼ ਚੜਾਵੇ, ਚੜੇ ਆਕਾਸ਼ ਗਿਰਾਵੇ। ਜ਼ਮੀਨ ਉੱਤੇ ਪਏ ਹੋਏ ਮਨੁੱਖ ਨੂੰ ਅਸਮਾਨ ਤੇ ਚੜਾ ਸਕਦਾ, ਭਾਵ ਤਰੱਕੀ ਦੇ ਸਕਦਾ। ਤੇ ਕਈ ਵਾਰੀ ਐਸੀ ਗੱਲ ਵੀ ਹੁੰਦੀ ਹੈ, ਚੜੇ ਅਸਮਾਨ ਆਕਾਸ਼ ਗਿਰਾਵੇ, ਅਸਮਾਨ ਤੇ ਚੜੇ ਹੋਏ ਨੂੰ ਥੱਲੇ ਸਿੱਟਣ ਲੱਗਿਆਂ ਵੀ ਟਾਈਮ ਨਹੀਂ ਲਾਉਂਦਾ। ਭਾਵ ਬਹੁਤ ਤਰੱਕੀ, ਬੁਲੰਦੀਆਂ ਤੇ ਕੋਈ ਮਨੁੱਖ ਖੜਾ ਹੈ
ਕੋਈ ਪਤਾ ਨਹੀਂ ਲੱਗਦਾ ਅਗਲੇ ਪਲ ਉਹਦੇ ਨਾਲ ਕੀ ਬੀਤ ਜਾਣੀ ਹੈ। ਭੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਭੇਖਾਰੀ, ਤੇਰੀ ਬੜੀ ਵੱਡੀ ਅਚਰਜ ਖੇਡ ਹੈ ਵਾਹਿਗੁਰੂ ਜੀ। ਤੂੰ ਭਿਖਾਰੀਆਂ ਨੂੰ ਰਾਜ ਕਰਾ ਸਕਦਾ ਹੈ ਤੇ ਰਾਜਿਆਂ ਨੂੰ ਭੀਖ ਮੰਗਣ ਵੀ ਲਾ ਸਕਦਾ ਹੈ। ਖਲ ਮੂਰਖ ਤੇ ਪੰਡਤ ਕਰਬੋ ਪੰਡਤ ਤੇ ਮੁਗਧਾਰੀ। ਖਲ ਮੂਰਖ ਕਹਿੰਦੇ ਨੇ ਬਿਲਕੁਲ ਜਮਾ ਸਿਰੇ ਦਾ ਮੂਰਖ। ਕਹਿਣ ਲੱਗੇ ਇੰਨੇ ਵੱਡੇ ਮੂਰਖ ਨੂੰ ਤੂੰ ਪੰਡਤ ਬਣਾ ਸਕਦਾ ਹੈ, ਵਿਦਵਾਨ ਬਣਾ ਸਕਦਾ ਹੈ, ਤੇ ਪੰਡਤ ਨੂੰ ਭਾਵ ਬੜੇ ਜਾਣਕਾਰ ਬੜੇ ਸਿਆਣੇ ਨੂੰ ਮੂਰਖ ਵੀ ਬਣਾ ਸਕਦਾ ਹੈ। ਇਹ ਵੀ ਤੇਰੀ ਅਚਰਜ ਖੇਡ ਹੈ। ਨਾਰੀ ਤੇ ਜੋ ਪੁਰਖ ਕਰਾਵੇ ਪੁਰਖਣ ਤੇ ਜੋ ਨਾਰੀ, ਜੋ ਨਾਰੀ ਤੋਂ ਮਰਦ ਪੈਦਾ ਕਰ ਦਿੰਦਾ ਹੈ ਤੇ ਮਰਦਾਂ ਦੀ ਬਿੰਦ ਚੋਂ ਜਨਾਨੀਆਂ ਪੈਦਾ ਭਾਵ ਨਾਰੀਆਂ ਪੈਦਾ ਕਰ ਦਿੰਦਾ ਹੈ। ਇਹ ਵੀ ਤੇਰੀ ਅਚਰਜ ਖੇਡ ਹੈ। ਤੇ ਅਖੀਰ ਵਿੱਚ ਫਰਮਾਨ ਕਰਦੇ ਨੇ, ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ। ਬਸ ਇੱਕ ਹੀ ਕੰਮ ਹੋ ਸਕਦਾ ਕਿ ਆਪਣੇ ਆਪ ਨੂੰ ਉਸ ਪ੍ਰਮਾਤਮਾ ਦੇ ਅੱਗੇ ਸਮਰਪਿਤ ਕਰ ਦਈਏ, ਕਿਉਂਕਿ ਪ੍ਰਮਾਤਮਾ ਦੀ ਅਚਰਜ ਖੇਡ ਦਾ ਕੋਈ ਪਤਾ ਨਹੀਂ। ਜਾ ਕਾ ਦ੍ਰਿਸ਼ਟ ਕਛੂ ਨਾ ਆਵੇ, ਜਿਸ ਮਨੁੱਖ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਗੁਣ ਨਹੀਂ, ਤਿਸ ਤਤਕਾਲ ਦਹਿ ਦਿਸ ਪ੍ਰਗਟਾਵੇ। 10 ਦਿਸ਼ਾਵਾਂ ਦੇ ਵਿੱਚ ਉਹਦੀ ਮਸ਼ਹੂਰੀ ਹੋ ਜਾਂਦੀ ਹੈ। ਅਗਲਾ ਬਚਨ ਕਹਿਣ ਲੱਗੇ, ਜਾ ਕੋ ਆਪਣੀ ਕਰੈ ਬਖਸ਼ੀਸ਼, ਤਾ ਕਾ ਲੇਖਾ ਨਾ ਗਣੈ ਜਗਦੀਸ਼। ਜਾ ਕੋ ਆਪਣੀ, ਜਿਸ ਮਨੁੱਖ ਦੇ ਉੱਪਰ ਆਪਣੀ ਕਰੈ ਬਖਸ਼ੀਸ਼, ਬਖਸ਼ਿਸ਼ ਕਰ ਦੇਵੇਂ, ਦਇਆ ਕਰ ਦੇਵੇਂ, ਮਿਹਰ ਕਰ ਦੇਵੇਂ, ਤਾ ਕਾ ਲੇਖਾ ਨਾ ਗਣੈ ਜਗਦੀਸ਼। ਜਗਦੀਸ਼ ਦਾ ਮਤਲਬ ਹੈ ਜਗਤ ਦਾ ਮਾਲਕ। ਕਹਿਣ ਲੱਗੇ ਉਸ ਮਨੁੱਖ ਦੇ ਕਰਮਾਂ ਦਾ ਲੇਖਾ ਫਿਰ ਕੋਈ ਗਿਣ ਹੀ ਨਹੀਂ ਸਕਦਾ। ਧਰਮ ਰਾਜ ਵੀ ਉਸ ਦੇ ਕਹਿਣ ਲੱਗੇ ਕਾਗਜ਼ ਪਾੜ ਦਿੰਦੇ, ਜਿਸ ਦੇ ਉੱਪਰ ਤੇਰੀ ਮਿਹਰ ਕਿਰਪਾ ਹੋ ਜਾਵੇ, ਪਾਪ ਪੁੰਨ ਤੇ ਤੇਰੀ ਕਾਂਟੀ ਵੱਜ ਜਾਵੇ। ਚੇਤੇ ਰੱਖਣਾ ਉਸ ਪ੍ਰਮਾਤਮਾ ਦੇ ਅਧੀਨ ਹੀ ਨੇ ਸਾਰੀਆਂ ਸ਼ਕਤੀਆਂ। ਉਹ ਪ੍ਰਮਾਤਮਾ ਚਾਹੇ ਤੇ ਕਹਿਣ ਲੱਗੇ ਜਗਤ ਈਸ ਭਾਵ ਇਸ ਸਾਰੇ ਜਗਤ ਦਾ ਮਾਲਕ ਵੀ ਉਸ ਮਨੁੱਖ ਦੇ ਕਰਮਾਂ ਦਾ ਲੇਖਾ ਨਹੀਂ ਜੇ ਗਿਣਦਾ। ਜਿਉ ਪਿੰਡ ਸਭ ਤਿਸ ਕੀ ਰਾਸ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਜਿਉ ਪਿੰਡ, ਜਿਉ ਕਹਿੰਦੇ ਨੇ ਜਿੰਦ ਨੂੰ ਜਾਣ ਨੂੰ, ਤੇ ਪਿੰਡ ਕਹਿੰਦੇ ਨੇ ਪਿੰਡਾ ਭਾਵ ਸਰੀਰ। ਇਹ ਸਰੀਰ ਦਾ ਅਤੇ ਸਰੀਰ ਦੇ ਅੰਦਰ ਵਸਦੀ ਜਾਨ ਦਾ ਸਭ ਤਿਸ ਕੀ ਰਾਸ। ਇਹ ਸਾਰੇ ਕਾਸੇ ਦਾ ਮਾਲਕ ਪ੍ਰਮਾਤਮਾ ਆਪ ਹੈ। ਇਹ ਸਰੀਰ ਦਾ ਮਾਲਕ, ਸਾਡੇ ਜਿਹੜੇ ਸਰੀਰ ਨੇ ਇਹਦਾ ਮਾਲਕ ਵੀ ਉਹ ਪ੍ਰਮਾਤਮਾ ਹੈ। ਜਦੋਂ ਚਾਹੇ ਸਰੀਰ ਨੂੰ ਮਿੱਟੀ ਕਰ ਦੇਵੇ। ਇਹਦੇ ਅੰਦਰ ਵਸਦੀ ਜਿੰਦ ਜਾਨ ਜਿਹੜੀ ਇਹ ਸਰੀਰ ਨੂੰ ਤੋਰੀ ਫਿਰਦੀ ਹੈ, ਜੇ ਪ੍ਰਮਾਤਮਾ ਚਾਹੇ ਤੇ ਕਿਸੇ ਵੇਲੇ ਵੀ ਇਸ ਜਿੰਦ ਨੂੰ ਸਰੀਰ ਚੋਂ ਬਾਹਰ ਕੱਢ ਸਕਦਾ ਹੈ। ਇਹ ਵੀ ਪ੍ਰਮਾਤਮਾ ਦੀ ਅਚਰਜ ਖੇਡ ਹੈ, ਕਿਉਂਕਿ ਉਸ ਦੀ ਪੂੰਜੀ ਹੈ। ਰਾਸ ਦਾ ਮਤਲਬ ਹੈ ਪੂੰਜੀ, ਧਨ ਦੌਲਤ। ਇਹ ਦੌਲਤ, ਇਹ ਧਨ, ਇਹ ਮਲਕੀਅਤ ਉਸ ਪ੍ਰਮਾਤਮਾ ਦੀ ਹੈ, ਸਾਡੀ ਨਹੀਂ। ਸਾਡਾ ਸਾਡੇ ਸਰੀਰ ਤੇ ਕੋਈ ਜਿਹੜਾ ਜ਼ੋਰ ਨਹੀਂ, ਵਸ ਨਹੀਂ। ਜੇ ਸਾਡਾ ਵਸ ਹੋਵੇ ਤੇ ਅਸੀਂ ਕਦੇ ਬਿਮਾਰ ਹੀ ਨਾ ਪਈਏ। ਆਪਾਂ ਕਹਿ ਦਈਏ ਸਰੀਰ ਨੂੰ ਵੀ ਬਿਮਾਰ ਨਹੀਂ ਹੋਣਾ, ਪਰ ਨਹੀਂ। ਚੇਤੇ ਰੱਖਣਾ, ਬਿਮਾਰੀ ਮਨੁੱਖ ਨੂੰ ਤਾਂ ਹੀ ਆਉਂਦੀ ਹੈ, ਚੇਤਾ ਕਰਾਉਂਦੀ ਹੈ ਕਿ ਸਰੀਰ ਤੇਰੇ ਵਸ ਵਿੱਚ ਨਹੀਂ। ਕਿਤੇ ਇਹ ਨਾ ਸੋਚੀ ਵੀ ਇਹ ਸਰੀਰ ਤੇਰਾ। ਜਿਉ ਪਿੰਡ ਸਭ ਤਿਸ ਕੀ ਰਾਸ। ਇਹ ਜਿੰਦ ਵੀ ਤੇ ਇਹ ਸਰੀਰ ਵੀ ਉਸ ਪ੍ਰਮਾਤਮਾ ਦੀ ਪੂੰਜੀ ਹੈ, ਪ੍ਰਮਾਤਮਾ ਦੀ ਮਲਕੀਅਤ ਹੈ। ਅਗਲਾ ਬਚਨ ਕਹਿਣ ਲੱਗੇ, ਘਟ ਘਟ ਪੂਰਨ ਬ੍ਰਹਮ ਪ੍ਰਗਾਸ। ਇੱਥੇ ਘਟ ਦਾ ਮਤਲਬ ਹੈ ਹਰ ਇੱਕ ਸਰੀਰ ਵਿੱਚ, ਹਰੇਕ ਸਰੀਰ ਵਿੱਚ ਵਿਆਪਕ ਪ੍ਰਮਾਤਮਾ ਆਪ ਹੀ ਵਰਤਦਾ ਹੈ। ਘਟ ਘਟ ਪੂਰਨ ਬ੍ਰਹਮ, ਉਹ ਪੂਰਨ ਹੈ, ਉਹ ਵਿਆਪਕ ਹੈ। ਬ੍ਰਹਮ ਪ੍ਰਗਾਸ, ਪ੍ਰਗਾਸ਼ ਦਾ ਮਤਲਬ ਹੈ ਕਿ ਬ੍ਰਹਮ ਦਾ ਪ੍ਰਗਾਸ਼ ਹੈ ਹਰ ਇੱਕ ਸਰੀਰ ਵਿੱਚ, ਉਹ ਆਪ ਵਸਦਾ। ਘਟ ਘਟ ਮੈਂ ਹਰ ਜੂ ਵਸੈ, ਸੰਤਨ ਕਹਿਓ ਪੁਕਾਰ। ਹਰ ਇੱਕ ਸਰੀਰ ਦੇ ਵਿੱਚ ਉਹ ਪ੍ਰਮਾਤਮਾ ਆਪ ਮੌਜੂਦ ਹੈ। ਅਖੀਰਲਾ ਬਚਨ ਇਸ ਪਦੇ ਦਾ ਸਤਿਗੁਰੂ ਜੀ ਫਰਮਾਨ ਕਰਦੇ ਹਨ, ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ। ਆਪਣੀ ਬਣਤ, ਇਹ ਜੋ ਕੁਝ ਵੀ ਬਣਤਰ ਬਣੀ ਹੈ, ਸੰਸਾਰ ਬਣਿਆ, ਜਗਤ ਬਣਿਆ, ਇਹ ਗ੍ਰਹਿ ਬਣੇ ਨੇ, ਚੰਦ ਸੂਰਜ ਤਾਰੇ ਸਮੁੰਦਰ ਪਹਾੜ, ਜੋ ਕੁਝ ਵੀ ਸਾਨੂੰ ਦ੍ਰਿਸ਼ਟਮਾਨ ਵਿੱਚ ਦਿਖਾਈ ਦਿੰਦਾ, ਤੇ ਅਦ੍ਰਿਸ਼ਟ ਵੀ ਬੜਾ ਕੁਝ ਹੈ। ਅਦ੍ਰਿਸ਼ਟ ਸਭ ਤੋਂ ਪਹਿਲੇ ਨੰਬਰ ਤੇ ਤਾਂ ਅਦ੍ਰਿਸ਼ਟ ਹਵਾ ਹੈ।
ਸਾਨੂੰ ਪਤਾ ਹੈ ਕਿ ਹਵਾ ਚੱਲਦੀ ਹੈ, ਪਰ ਕਦੇ ਵੀ ਕੋਈ ਸਬੂਤ ਨਹੀਂ ਦੇ ਸਕਦਾ ਵੀ ਹਵਾ ਕਿੱਥੇ ਹੈ। ਕੋਈ ਪਕੜ ਨਹੀਂ ਸਕਦਾ ਹਵਾ ਨੂੰ, ਕੋਈ ਦਿਖਾਈ ਨਹੀਂ ਦੇ ਸਕਦੀ। ਕਹਿਣ ਲੱਗੇ ਦ੍ਰਿਸ਼ਟਮਾਨ ਤੇ ਅਦ੍ਰਿਸ਼ਟ ਦੀ ਜਿਹੜੀ ਬਣਤਰ ਹੈ, ਵਾਹਿਗੁਰੂ ਜੀ ਤੂੰ ਆਪ ਬਣਾਈ ਹੈ, ਆਪਣੀ ਬਣਤ ਆਪ ਬਣਾਈ। ਤੂੰ ਜਗਤ ਰਚਨਾ ਆਪ ਰਚੀ ਹੈ, ਤੇ ਨਾਨਕ ਜੀਵੈ ਦੇਖ ਵਡਾਈ। ਮੈਂ ਤਾਂ ਕੇਵਲ ਇੱਕੋ ਕੰਮ ਕਰ ਸਕਦਾ, ਮੈਂ ਤੇ ਤੇਰੀਆਂ ਵਡਿਆਈਆਂ ਦੇਖ ਦੇਖ ਕੇ ਜਿਉਣਾ। ਖੁਸ਼ ਹੁੰਨਾ ਵਾਂ ਕਿ ਪ੍ਰਮਾਤਮਾ ਨੇ ਕਿੰਨੀ ਸੋਹਣੀ ਰਚਨਾ ਰਚ ਕੇ ਤੇ ਮੈਨੂੰ ਇਸ ਰਚਨਾ ਦੇ ਅੰਦਰ ਸੋਹਣਾ ਜੀਵਨ ਬਖਸ਼ ਕੇ ਭੇਜਿਆ, ਤੇ ਮੈਂ ਤੇਰਾ ਨਾਮ ਜਪ ਕੇ ਆਪਣੇ ਇਸ ਜੀਵਨ ਨੂੰ ਬਤੀਤ ਕਰਾਂ। ਮੇਰੇ ਤੇ ਇਹ ਕਿਰਪਾ ਕਰ।